ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਸਮਾਜਿਕ ਸਿੱਖਿਆ ਦੀ ਤਿਆਰੀ ਕਰਨ ਦੇ ਲਈ ਮੇਰੇ ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ ਅਸੀਂ ਮਾਸਟਰ ਕੇਡਰ ਅਤੇ PS ਟੈਟ ਦੇ ਨਾਲ ਸੰਬੰਧਿਤ ਬਹੁਤ ਸਾਰੇ ਵੀਡੀਓਜ਼ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੀ। ਤੁਸੀਂ ਸਭ ਨੇ ਉਹ ਵੀ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਹੈ ਜੋ ਕਵਰ ਹੋ ਸਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵਰਲਡ ਹਿਸਟਰੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਪੁਨਰ ਜਾਗਰਣ, ਜਿਸ ਦੇ ਨਾਲ ਸੰਬੰਧਿਤ 100 ਤੋਂ ਵੱਧ ਮਹੱਤਵਪੂਰਨ ਪ੍ਰਸ਼ਨ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਤਾਂ ਕਿ ਜੋ ਤੁਹਾਡਾ ਇਹ ਟੌਪਿਕ ਆ ਪੂਰਾ ਚੰਗੀ ਤਰ੍ਹਾਂ ਕਲੀਅਰ ਹੋ ਸਕੇ। ਵੀਡੀਓ ਨੂੰ ਸਾਰਾ ਜ਼ਰੂਰ ਵੇਖਣਾ, ਚੰਗੀ ਤਰ੍ਹਾਂ ਵੇਖਣਾ, ਤਾਂ ਕਿ ਜੋ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਨੇ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਸਕਣ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਪੁਨਰ ਜਾਗਰਣ ਕੀ ਹੈ? ਪੁਨਰ ਜਾਗਰਣ ਇੱਕ ਬੌਧਿਕ ਚੇਤਨਤਾ, ਨਵੇਂ ਵਿਚਾਰਾਂ ਦਾ ਉਥਾਨ ਹੈਗਾ, ਜੋ 14ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਯੂਰਪ ਦੇ ਵਿੱਚ ਇੱਕ ਨਵੀਂ ਉਤਪਤੀ, ਇੱਕ ਨਵੇਂ ਵਿਚਾਰ ਲੈ ਕੇ ਆਇਆ ਸੀਗਾ। ਪੁਨਰ ਜਾਗਰਣ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ? ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਜੀ? ਰੀਨੇਸਾਂਸ। ਰੀਨੇਸਾਂਸ ਕਿਹੜੀ ਭਾਸ਼ਾ ਦਾ ਸ਼ਬਦ ਹੈ? ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜੀ। ਰੀਨੇਸਾਂਸ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਸ਼ਾਬਦਿਕ ਅਰਥ ਹੈ ਜੀ ਦੁਬਾਰਾ ਜਨਮ ਜਾਂ ਨਵਜੀਵਨ। ਵੈਸੇ ਤਾਂ ਜੇ ਵੇਖਿਆ ਜਾਵੇ ਅਤੀਤ ਜਾਂ ਭੂਤਕਾਲ ਦਾ ਦੁਬਾਰਾ ਜਨਮ ਨਹੀਂ ਹੁੰਦਾ, ਪਰੰਤੂ ਯੂਰਪ ਦੇ ਵਿੱਚ 14ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਕੁਝ ਅਜਿਹੇ ਵਿਚਾਰਕ ਪਰਿਵਰਤਨ ਆਏ ਜਿਨ੍ਹਾਂ ਨਾਲ ਨਵੀਂ ਵਿਚਾਰਧਾਰਾ, ਇੱਕ ਨਵੇਂ ਵਿਚਾਰਾਂ ਨੂੰ ਜਨਮ ਮਿਲਿਆ ਸੀ। ਪੁਨਰ ਜਾਗਰਣ ਦਾ ਸਮਾਂ ਕੀ ਸੀਗਾ ਜੀ? 14ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ। ਪੁਨਰ ਜਾਗਰਣ ਦੀ ਸ਼ੁਰੂਆਤ ਕਿੱਥੋਂ ਮੰਨੀ ਜਾਂਦੀ ਹੈ? ਇਟਲੀ ਦੇ ਨਗਰ ਫਲੋਰੈਂਸ। ਫਲੋਰੈਂਸ ਹੈ ਜੋ ਇਟਲੀ ਦਾ ਬਹੁਤ ਹੀ ਮਹੱਤਵਪੂਰਨ ਨਗਰ ਹੈਗਾ। ਇੱਥੋਂ ਬਹੁਤ ਸਾਰੇ ਵਿਦਵਾਨਾਂ ਨੇ, ਕਵੀਆਂ ਨੇ ਜਨਮ ਲਿਆ। ਦਾਂਤੇ, ਬੋਕਾਸੀਓ, ਪੈਟਰਾਰਕ, ਮੈਕਿਆਵੈਲੀ, ਇਹ ਮਹਾਨ ਜੋ ਵਿਦਵਾਨ ਸੀਗੇ ਇਹ ਸਾਰੇ ਫਲੋਰੈਂਸ ਦੇ ਹੀ ਰਹਿਣ ਵਾਲੇ ਸੀ। ਪੁਨਰ ਜਾਗਰਣ ਦਾ ਦੂਤ ਕਿਸ ਨੂੰ ਕਿਹਾ ਜਾਂਦਾ ਹੈ? ਦਾਂਤੇ ਨੂੰ, ਜੋ ਕਿ ਇਟਲੀ ਦਾ ਮਹਾਨ ਕਵੀ ਹੈ। ਇਟਲੀ ਦੀ ਕਵਿਤਾ ਦਾ ਪਿਤਾਮਾ ਵੀ ਕਿਹਾ ਜਾਂਦਾ ਦਾਂਤੇ ਨੂੰ। ਪੁਨਰ ਜਾਗਰਣ ਦਾ ਘਰ ਕਿਹੜੇ ਦੇਸ਼ ਨੂੰ ਮੰਨਿਆ ਜਾਂਦਾ ਹੈ? ਇਟਲੀ ਨੂੰ। ਪੁਨਰ ਜਾਗਰਣ ਤੋਂ ਪਹਿਲਾਂ ਯੂਰਪ ਵਿੱਚ ਹੋਰ ਕਿਹੜਾ ਅੰਦੋਲਨ ਚੱਲਿਆ? ਕੈਰੋਲਿੰਗੀਅਨ ਅੰਦੋਲਨ। ਜੋ ਪੁਨਰ ਜਾਗਰਣ ਹੈ ਉਹ ਕੋਈ ਅਚਾਨਕ ਵਾਪਰਨ ਵਾਲੀ ਘਟਨਾ ਨਹੀਂ ਹੈ। ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ, ਅਜਿਹੇ ਕੰਮ ਹੋ ਚੁੱਕੇ ਸੀਗੇ ਜਿਨ੍ਹਾਂ ਨੇ ਪੁਨਰ ਜਾਗਰਣ ਦੀ ਨੀਂਹ ਰੱਖ ਦਿੱਤੀ ਸੀ। ਸੋ ਉਹਨਾਂ ਦੇ ਵਿੱਚੋਂ ਹੀ ਇੱਕ ਹੈਗਾ ਕੈਰੋਲਿੰਗੀਅਨ ਅੰਦੋਲਨ। ਅੰਦੋਲਨ ਕਦੋਂ ਸ਼ੁਰੂ ਹੋਇਆ ਸੀਗਾ ਜੀ? 9ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ ਸੀਗਾ ਯੂਰਪ ਦੇ ਵਿੱਚ। ਇਸ ਦੇ ਵਿੱਚ ਇਹਦੀ ਪ੍ਰਾਪਤੀ ਕੀ ਹੈ? ਕੈਰੋਲਿੰਗੀਅਨ ਅੰਦੋਲਨ ਦੇ ਵਿੱਚ ਲਾਤੀਨੀ ਭਾਸ਼ਾ ਦਾ ਸਮੁੱਚਾ ਅਧਿਐਨ ਸ਼ੁਰੂ ਕਰ ਦਿੱਤਾ ਗਿਆ ਸੀਗਾ ਜੀ। ਜੇਕਰ ਕਿਸੇ ਵੀ ਸਾਥੀ ਨੂੰ ਇਸ ਟੌਪਿਕ ਦੀ PDF ਚਾਹੀਦੀ ਹੋਵੇ ਤਾਂ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਯੂਰਪੀ ਇਤਿਹਾਸ ਵਿੱਚ ਸਾਮੰਤਵਾਦ ਦਾ ਪਤਨ ਕਦੋਂ ਹੋਇਆ? ਸਾਮੰਤਵਾਦ ਦਾ ਪਤਨ ਹੋਣਾ ਪੁਨਰ ਜਾਗਰਣ ਦੇ ਉਥਾਨ ਦਾ ਇੱਕ ਮਹੱਤਵਪੂਰਨ ਕਾਰਨ ਆ। ਪਹਿਲਾਂ ਜੋ ਸਮਰਾਟ ਹੁੰਦੇ ਸੀ ਉਹ ਸਾਮੰਤਾਂ 'ਤੇ ਹੀ ਨਿਰਭਰ ਰਹਿੰਦੇ ਸੀ, ਪਰੰਤੂ ਹੌਲੀ ਹੌਲੀ ਮੱਧਵਰਗੀ ਸ਼੍ਰੇਣੀ ਨੇ, ਮੱਧਵਰਗ ਲੋਕਾਂ ਨੇ ਸਾਮੰਤਵਾਦ ਦਾ ਪਤਨ ਕਰਨ ਦੇ ਵਿੱਚ ਕਾਫੀ ਯੋਗਦਾਨ ਪਾਇਆ ਸੀ। ਯੂਰਪ ਵਿੱਚ ਚਰਚ ਦੀ ਸ਼ਕਤੀ ਨੂੰ ਪਹਿਲੀ ਵਾਰ ਸੱਟ ਕਦੋਂ ਲੱਗੀ? ਚਰਚ ਯੂਰਪ ਦੇ ਵਿੱਚ ਬਹੁਤ ਮਹੱਤਵਪੂਰਨ ਸੰਸਥਾ ਰਹੀ ਆ। ਵਿਅਕਤੀ ਦੇ ਜੀਵਨ ਤੋਂ ਲੈ ਕੇ ਵਿਅਕਤੀ ਦੇ ਮਰਨ ਤੱਕ ਉਸ ਦੀ ਪੜ੍ਹਾਈ ਲਿਖਾਈ, ਉਸ ਦਾ ਪੜ੍ਹਨ, ਵਿਆਹ, ਮੌਤ ਦੀਆਂ ਰਸਮਾਂ, ਸਾਰੀਆਂ ਰਸਮਾਂ ਚਰਚ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਸੀ। ਪਰੰਤੂ 1296 ਦੇ ਵਿੱਚ ਜਦੋਂ ਫਰਾਂਸ ਦੇ ਸਮਰਾਟ ਫਿਲਿਪ ਚੌਥੇ ਨੇ ਚਰਚ ਦੇ ਪੋਪ ਨੂੰ ਜੇਲ੍ਹ ਵਿੱਚ ਕੈਦ ਕਰਵਾ ਦਿੱਤਾ ਤਾਂ ਉਸ ਸਮੇਂ ਪਹਿਲੀ ਵਾਰ ਚਰਚ ਦੀ ਸ਼ਕਤੀ ਨੂੰ ਸੱਟ ਲੱਗੀ ਸੀ। ਉਸ ਤੋਂ ਪਹਿਲਾਂ ਕੋਈ ਵੀ ਰਾਜਾ ਜਾਂ ਵਿਅਕਤੀ ਚਰਚ ਦੇ ਵਿਰੁੱਧ ਕੋਈ ਗਤੀਵਿਧੀ ਨਹੀਂ ਕਰ ਸਕਦਾ ਸੀ। ਛਾਪੇਖਾਨੇ ਦੀ ਖੋਜ ਕਿਸ ਨੇ ਕੀਤੀ? ਪੁਨਰ ਜਾਗਰਣ ਦੇ ਉਥਾਨ ਵਿੱਚ ਛਾਪੇਖਾਨੇ ਦੀ ਖੋਜ ਬਹੁਤ ਹੀ ਮਹੱਤਵਪੂਰਨ ਹੈ, ਜਿਸ ਨਾਲ ਨਵੇਂ ਵਿਚਾਰਾਂ ਦਾ ਉਥਾਨ ਹੋਇਆ। ਨਵਾਂ ਸਾਹਿਤ ਛਪਣ ਲੱਗ ਪਿਆ, ਨਵੇਂ ਅਖਬਾਰ ਛਪਣ ਲੱਗ ਪਏ ਜਿਨ੍ਹਾਂ ਨਾਲ ਨਵੇਂ ਵਿਚਾਰ ਉਤਪੰਨ ਹੋਏ ਸੀ। ਸ਼ੁਰੂਆਤ ਕਦੋਂ ਕੀਤੀ ਸੀ ਜੀ? 1454 ਈਸਵੀ ਦੇ ਵਿੱਚ। ਕਿਸ ਨੇ ਕੀਤੀ ਸੀ? ਜਾਨ ਗੁਟੇਨਬਰਗ। ਕਿੱਥੋਂ ਦਾ ਰਹਿਣ ਵਾਲਾ ਸੀ ਜੀ ਇਹ?
ਜਰਮਨ ਦਾ। ਇੰਗਲੈਂਡ ਵਿੱਚ ਪਹਿਲਾ ਛਾਪਾਖਾਨਾ ਕਦੋਂ ਲੱਗਿਆ ਸੀਗਾ ਜੀ? 1477 ਈਸਵੀ ਦੇ ਵਿੱਚ। ਲਗਾਇਆ ਕਿਸ ਨੇ ਸੀਗਾ ਅਤੇ ਕਿੱਥੇ ਲਗਾਇਆ ਸੀਗਾ? ਵੈਸਟਮਿਨਿਸਟਰ ਨਗਰ ਦੇ ਵਿੱਚ ਲਗਾਇਆ ਸੀਗਾ ਅਤੇ ਵਿਲੀਅਮ ਕੈਕਸਟਨ ਨੇ ਲਗਾਇਆ ਸੀਗਾ ਜੀ। ਵੈਸਟਮਿਨਿਸਟਰ ਨਗਰ ਦੇ ਵਿੱਚ ਲਗਾਇਆ ਸੀ ਅੰਗਰੇਜ਼ ਅਧਿਕਾਰੀ ਵਿਲੀਅਮ ਕੈਕਸਟਨ ਨੇ। ਕੁਸਤਨਤੁਨੀਆ ਕੀ ਸੀ? ਕੁਸਤਨਤੁਨੀਆ ਪੁਰਾਣੇ ਰੋਮਨ ਸਾਮਰਾਜ ਦੀ ਰਾਜਧਾਨੀ ਸੀ ਜੀ। ਕੁਸਤਨਤੁਨੀਆ ਤੇ ਤੁਰਕਾਂ ਨੇ ਅਧਿਕਾਰ ਕਦੋਂ ਕੀਤਾ? 1453 ਈਸਵੀ ਦੇ ਵਿੱਚ ਤੁਰਕਾਂ ਨੇ ਕੁਸਤਨਤੁਨੀਆ 'ਤੇ ਅਧਿਕਾਰ ਕਰ ਲਿਆ ਸੀਗਾ। ਇਹ ਵੀ ਪੁਨਰ ਜਾਗਰਨ ਦੇ ਉਥਾਨ ਦਾ ਇੱਕ ਮਹੱਤਵਪੂਰਨ ਕਾਰਨ ਆ। ਇੱਥੇ ਜੋ ਵਿਦਵਾਨ ਸੀ, ਜੋ ਲੇਖਕ ਸੀਗੇ, ਉਹ ਇੱਥੋਂ ਚਲੇ ਗਏ ਸੀ। ਫਿਰ ਉਹਨਾਂ ਨੇ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਲਾਇਬ੍ਰੇਰੀਆਂ ਦੇ ਵਿੱਚ ਜਾਂ ਹੋਰ ਸਥਾਨਾਂ 'ਤੇ ਜਾ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ ਸੀ। ਪੁਨਰ ਜਾਗਰਨ ਦੇ ਉਭਾਰ ਵਿੱਚ ਯੋਗਦਾਨ ਪਾਉਣ ਵਾਲੇ ਸਮਰਾਟ ਕਿਹੜੇ ਸੀ ਜੀ? ਫਰਾਂਸ ਦਾ ਸ਼ਾਸਕ ਫਰਾਂਸਿਸ ਪਹਿਲਾ, ਇੰਗਲੈਂਡ ਦਾ ਸਮਰਾਟ ਹੈਨਰੀ 8ਵਾਂ, ਸਪੇਨ ਦਾ ਸਮਰਾਟ ਚਾਰਲਸ 5ਵਾਂ, ਡੈਨਮਾਰਕ ਦਾ ਸਮਰਾਟ ਕ੍ਰਿਸਚੀਅਨ 7ਵਾਂ। ਇਹ ਮਹਾਨ ਸਮਰਾਟ ਸੀਗੇ ਜਿਨ੍ਹਾਂ ਨੇ ਪੁਨਰ ਜਾਗਰਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਬਹੁਤ ਸਾਰੇ ਵਿਦਵਾਨਾਂ ਨੂੰ, ਬਹੁਤ ਸਾਰੇ ਕਵੀਆਂ ਨੂੰ ਇਹਨਾਂ ਨੇ ਸਰਪ੍ਰਸਤੀ ਦਿੱਤੀ ਸੀ। ਫਲੋਰੈਂਸ ਵਿੱਚ ਪਲੈਟੋ ਦੀ ਫਿਲਾਸਫੀ ਪੜ੍ਹਨ ਲਈ ਅਕਾਦਮੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ? ਫਲੋਰੈਂਸ ਦਾ ਇੱਕ ਬਹੁਤ ਹੀ ਕੁਲੀਨ ਪਰਿਵਾਰ ਸੀਗਾ, ਮੈਡੀਸੀ ਪਰਿਵਾਰ। ਮੈਡੀਸੀ ਪਰਿਵਾਰ ਨੇ ਇੱਕ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਵਿੱਚ ਕੀ ਕੀਤਾ ਜਾਂਦਾ ਸੀ? ਪਲੈਟੋ ਦੇ ਨਾਲ ਸੰਬੰਧਿਤ ਜੋ ਵੀ ਫਿਲਾਸਫੀ ਸੀ ਸਾਰੀ, ਉਸ ਦੇ ਅਧਿਐਨ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਅਕੈਡਮੀ ਦੇ ਵਿੱਚ। ਮਾਈਕਲਐਂਜਲੋ ਤੇ ਲਿਓਨਾਰਡੋ ਦੀ ਸਰਪ੍ਰਸਤੀ ਕਿਸ ਨੇ ਕੀਤੀ ਸੀ? ਫਲੋਰੈਂਸ ਦੇ ਮੈਡੀਸੀ ਪਰਿਵਾਰ ਨੇ। ਮੰਗੋਲ ਜੇਤੂ ਚੰਗੇਜ਼ ਖਾਨ ਦਾ ਉੱਤਰਾਧਿਕਾਰੀ ਕੌਣ ਸੀ? ਮੰਗੋਲ ਸਾਮਰਾਜ ਦਾ ਵਿਸਥਾਰ ਦੀ ਨੀਂਹ ਰੱਖਣਾ ਇੱਕ ਪੁਨਰ ਜਾਗਰਨ ਦੇ ਉਭਾਰ ਦੇ ਵਿੱਚ ਕਾਫੀ ਮਹੱਤਵਪੂਰਨ ਸਥਾਨ ਰੱਖਦੀ ਆ। ਮੰਗੋਲ ਦਾ ਜੋ ਨੇਤਾ ਸੀਗਾ ਚੰਗੇਜ਼ ਖਾਂ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਬਣਿਆ ਸੀ ਕੁਬਲਾਈ ਖਾਂ, ਜਿਸ ਨੇ ਬਹੁਤ ਵੱਡੇ ਸਾਮਰਾਜ ਦੀ ਨੀਂਹ ਰੱਖੀ ਸੀ ਅਤੇ ਬਹੁਤ ਸਾਰੇ ਕਵੀਆਂ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ਸੀ। ਮੰਗੋਲ ਕਾਲ ਸਮੇਂ ਸੱਭਿਆਚਾਰ ਦੇ ਕੇਂਦਰ ਸਥਾਨ ਜੋ ਕੁਬਲਾਈ ਖਾਂ ਸੀ, ਉਹ ਕਾਫੀ ਜ਼ਿਆਦਾ ਸੱਭਿਅਤਾ ਦਾ ਪ੍ਰੇਮੀ ਸੀ ਅਤੇ ਲਿਖਤਾਂ ਦਾ ਸਾਹਿਤ ਦਾ ਪ੍ਰੇਮੀ ਸੀ। ਉਸ ਦੇ ਸਮੇਂ ਜੋ ਸੱਭਿਆਚਾਰ ਦੇ ਮਹੱਤਵਪੂਰਨ ਕੇਂਦਰ ਬਣੇ ਸੀ ਪੀਕਿੰਗ ਅਤੇ ਸਮਰਕੰਦ। ਮਾਰਕੋ ਪੋਲੋ ਕੌਣ ਸੀ? ਮਾਰਕੋ ਪੋਲੋ ਇਟਲੀ ਦਾ ਪ੍ਰਸਿੱਧ ਯਾਤਰੀ ਸੀ, ਇੱਕ ਵਿਦਵਾਨ ਸੀਗਾ ਜੋ ਕਿ 1272 ਈਸਵੀ ਦੇ ਵਿੱਚ ਕੁਬਲਾਈ ਖਾਂ ਦੇ ਦਰਬਾਰ ਵਿੱਚ ਆਇਆ ਸੀ ਜੀ। ਫਲੋਰੈਂਸ ਸ਼ਹਿਰ ਕਿਹੜੇ ਦੇਸ਼ ਦੇ ਵਿੱਚ ਹੈ ਜੀ? ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਫਲੋਰੈਂਸ ਇਟਲੀ ਦਾ ਮਹੱਤਵਪੂਰਨ ਸਥਾਨ ਹੈ ਜਿੱਥੇ ਬਹੁਤ ਸਾਰੇ ਵਿਦਵਾਨਾਂ ਨੇ, ਕਵੀਆਂ ਨੇ ਜਨਮ ਲਿਆ ਸੀ। ਵੈਟਿਕਾ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕਿਸ ਨੇ ਕੀਤੀ? ਜਾਂ ਫਿਰ ਐਵੇਂ ਕਹਿ ਲਓ, ਵੈਟੀਕਨ ਲਾਇਬ੍ਰੇਰੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਨਿਕੋਲਸ 5ਵੇਂ ਨੇ। ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦਾ ਜੋ ਕਾਰਜਕਾਲ ਸੀਗਾ 1447 ਤੋਂ 1455 ਈਸਵੀ ਤੱਕ। ਪੋਪ ਸੀਗੇ ਨਿਕੋਲਸ 5ਵਾਂ। ਰੋਮ ਨੂੰ ਸਾਹਿਤ ਦੀ ਦੁਨੀਆ ਦੀ ਰਾਜਧਾਨੀ ਕਿਸ ਦੇ ਸਮੇਂ ਕਿਹਾ ਜਾਣ ਲੱਗਿਆ? ਕਿਸ ਦੇ ਸਮੇਂ ਕਿਹਾ ਜਾਣ ਲੱਗਿਆ ਸੀਗਾ ਜੀ? ਪੋਪ ਲਿਓ 10ਵੇਂ ਦੇ ਸਮੇਂ, ਜੋ 1513 ਤੋਂ 1521 ਤੱਕ ਆਪਣੇ ਅਹੁਦੇ 'ਤੇ ਰਹੇ ਸੀਗੇ। ਇਹ ਬਹੁਤ ਸਾਹਿਤ ਦੇ ਬਹੁਤ ਵੱਡੇ ਪ੍ਰੇਮੀ ਸੀਗੇ। ਇਹਨਾਂ ਦੇ ਸਮੇਂ ਜੋ ਸਾਹਿਤ ਸੀਗਾ ਉਹ ਉੱਨਤੀ 'ਤੇ ਆਪਣੀ ਚਰਮ ਸੀਮਾ 'ਤੇ ਪਹੁੰਚਿਆ ਸੀਗਾ। ਉਸ ਸਮੇਂ ਰੋਮ ਨੂੰ ਕੀ ਕਿਹਾ ਜਾਣ ਲੱਗਿਆ ਸੀ? ਸਾਹਿਤ ਦੀ ਦੁਨੀਆ ਦੀ ਰਾਜਧਾਨੀ। ਨੈਕਸਟ ਕਰਾਂਗੇ ਜੀ, ਫਲੋਰੈਂਸ ਦੇ 3 ਪ੍ਰਸਿੱਧ ਵਿਦਵਾਨ ਕਿਹੜੇ ਸੀ? ਦਾਂਤੇ, ਪੈਂਟਰਾਰਕ ਅਤੇ ਬੋਕਾਸੀਓ। ਬਾਅਦ ਵਿੱਚ ਮੈਕੈਵੈਲੀ ਸੀਗਾ ਜਿਸ ਨੇ ਪੁਨਰ ਜਾਗਰਨ ਦੇ ਉਥਾਨ ਵਿੱਚ ਕਾਫੀ ਯੋਗਦਾਨ ਪਾਇਆ ਆਪਣਾ। ਸੋ ਇਹ 4 ਕਵੀ ਨੇ, ਵਿਦਵਾਨ ਨੇ ਜੋ ਫਲੋਰੈਂਸ ਦੇ ਨਾਲ ਸੰਬੰਧਿਤ ਨੇ: ਦਾਂਤੇ, ਪੈਟਰਾਰਕ, ਬੋਕਾਸੀਓ, ਮੈਕੈਵੈਲੀ। ਦਾਂਤੇ ਦਾ ਜਨਮ ਕਦੋਂ ਹੋਇਆ? 1265 ਈਸਵੀ ਦੇ ਵਿੱਚ ਹੋਇਆ। ਕਿੱਥੇ? ਫਲੋਰੈਂਸ ਵਿਖੇ। ਦਾਂਤੇ ਦੀ ਪ੍ਰਸਿੱਧ ਰਚਨਾ ਕਿਹੜੀ ਹੈ? ਡਿਵਾਈਨ ਕਾਮੇਡੀ। ਡਿਵਾਈਨ ਕਾਮੇਡੀ ਦੇ ਵਿੱਚ ਨਰਕ, ਆਤਮਾ ਸ਼ੁੱਧੀ ਅਤੇ ਸਵਰਗ ਦੇ ਬਾਰੇ ਦੱਸਿਆ ਹੈਗਾ। ਦਾਂਤੇ ਦੀ ਪ੍ਰਸਿੱਧੀ ਕੀ ਆ ਕਿ ਪਹਿਲਾਂ ਸਾਰੇ ਲਾਤੀਨੀ ਭਾਸ਼ਾ ਦੇ ਵਿੱਚ ਰਚਨਾਵਾਂ ਕਰਦੇ ਸੀ, ਪਰੰਤੂ ਦਾਂਤੇ ਨੇ ਲਾਤੀਨੀ ਦੀ ਬਜਾਏ ਜੋ ਉੱਥੋਂ ਦੀ ਭਾਸ਼ਾ ਸੀ, ਲੋਕਲ ਭਾਸ਼ਾ ਸੀ, ਟਸਕਨ ਭਾਸ਼ਾ ਨੂੰ ਡਿਵਾਈਨ ਕਾਮੇਡੀ ਦੇ ਵਿੱਚ ਵਰਤਿਆ ਸੀਗਾ। ਇਟਲੀ ਕਵਿਤਾ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਜੀ? ਦਾਂਤੇ ਨੂੰ।
ਦਾਂਤੇ ਨੇ ਕਵਿਤਾਵਾਂ ਵਿੱਚ ਕਿਹੜੀ ਭਾਸ਼ਾ ਵਰਤੀ ਸੀ? ਟਸਕਨ ਭਾਸ਼ਾ। ਫਰਾਂਸਿਸਕੋ ਪੈਟਰਾਰਕ ਦਾ ਜਨਮ ਕਦੋਂ ਹੋਇਆ? 1304 ਈਸਵੀ ਨੂੰ। ਹੋਇਆ ਕਿੱਥੇ ਸੀਗਾ? ਫਲੋਰੈਂਸ ਵਿਖੇ। ਪੈਟਰਾਰਕ ਨੇ ਕਿਸ ਉੱਪਰ ਮਹਾਂਕਾਵਿ ਲਿਖਿਆ ਸੀਗਾ? ਰੋਮੀਓ ਜਨਰਲ ਸਿਪੀਓ ਅਫਰੀਕੈਨਸ। ਬਹੁਤ ਕਾਫੀ ਮਹੱਤਵਪੂਰਨ ਹੋਇਆ ਜੀ ਇਹਨਾਂ ਦੇ ਮਹਾਂਕਾਵਿ। ਪੈਟਰਾਰਕ ਨੂੰ ਪਹਿਲਾ ਆਧੁਨਿਕ ਮਨੁੱਖ ਕਿਸ ਨੇ ਕਿਹਾ ਸੀ? ਕਿਸ ਨੇ ਕਿਹਾ ਸੀ? ਰੈਨਾਨ ਨੇ। ਪੈਟਰਾਰਕ ਕਿਸ ਦਾ ਗੁਰੂ ਸੀ? ਬੋਕਾਸੀਆ ਦਾ ਗੁਰੂ ਸੀਗਾ ਜੀ ਪੈਟਰਾਰਕ, ਜਾਂ ਕਹਿ ਸਕਦੇ ਹਾਂਗੇ ਬੋਕਾਸੀਆ ਦਾ ਗੁਰੂ ਸੀ। ਠੀਕ ਹੈ ਜੀ। ਨੈਕਸਟ ਕਰਾਂਗੇ, ਬੋਕਾਸੀਓ ਦਾ ਪੂਰਾ ਨਾਮ ਕੀ ਸੀ? ਗਿਓਵੰਨੀ ਬੋਕਾਸੀਓ। ਕੀ ਸੀਗਾ ਜੀ ਪੂਰਾ ਨਾਮ? ਗਿਓਵੰਨੀ ਬੋਕਾਸੀਓ। ਬੋਕਾਸੀਓ ਕਿਹੜੀ ਸਦੀ ਦਾ ਵਿਦਵਾਨ ਸੀ? 14ਵੀਂ ਸਦੀ ਦਾ, ਜਿਨ੍ਹਾਂ ਦਾ ਜਨਮ ਹੋਇਆ ਸੀ 1313, ਮੌਤ ਹੋਈ ਸੀ 1375 ਈਸਵੀ ਦੇ ਵਿੱਚ। ਇਤਾਲਵੀ ਭਾਸ਼ਾ ਵਿੱਚ ਵਾਰਤਕ ਸ਼ੈਲੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ? ਜਿਸ ਨੂੰ ਪ੍ਰੋਜ਼ ਵੀ ਕਿਹਾ ਜਾਂਦਾ, ਬੋਕਾਸੀਓ ਨੇ। ਇਸੇ ਕਾਰਨ ਕੀ ਹੈਗਾ, ਇਤਾਲਵੀ ਵਾਰਤਕ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ? ਬੋਕਾਸੀਓ ਨੂੰ। ਬੋਕਾਸੀਓ ਦੀ ਮਹਾਨ ਰਚਨਾ ਕਿਹੜੀ ਹੈ? ਦੀ ਕੈਮਰੌਨ। ਬੋਕਾਸੀਓ ਦੀ ਮਹਾਨ ਰਚਨਾ ਦੀ ਕੈਮਰੌਨ ਕਹਾਣੀਆਂ ਕਿੰਨੀਆਂ ਕਹਾਣੀਆਂ ਦਾ ਸੰਗ੍ਰਹਿ ਆ? 100 ਪ੍ਰਸਿੱਧ ਇਤਾਲਵੀ ਕਹਾਣੀਆਂ ਦਾ ਸੰਗ੍ਰਹਿ ਆ ਦੀ ਕੈਮਰੌਨ। ਚੌਸਰ ਦੀ ਪ੍ਰਸਿੱਧ ਰਚਨਾ ਕਿਹੜੀ ਸੀ ਜੀ? ਦਾ ਕੈਂਟਰਬਰੀ ਟੇਲਜ਼। ਬੋਕਾਸੀਓ ਤੋਂ ਜੋ ਚੌਸਰ ਸੀਗਾ ਕਾਫੀ ਪ੍ਰਭਾਵਿਤ ਹੋਇਆ ਸੀਗਾ, ਸੋ ਉਸ ਤੋਂ ਬਾਅਦ ਹੀ ਉਹਨਾਂ ਨੇ ਕੈਂਟਰਬਰੀ ਟੇਲਜ਼ ਆਪਣੀ ਪ੍ਰਸਿੱਧ ਰਚਨਾ ਲਿਖੀ ਸੀਗੀ। ਮੈਕਿਆਵੇਲੀ ਕਿੱਥੋਂ ਦਾ ਰਹਿਣ ਵਾਲਾ ਸੀ? ਇਟਲੀ ਦਾ ਨਗਰ ਫਲੋਰੈਂਸ ਦਾ। ਮੈਕਿਆਵੇਲੀ ਦਾ ਜਨਮ ਕਦੋਂ ਹੋਇਆ? 1469 ਨੂੰ, ਫਲੋਰੈਂਸ ਵਿਖੇ। ਮੈਕਿਆਵੇਲੀ ਦੀ ਪ੍ਰਸਿੱਧ ਰਚਨਾ ਕਿਹੜੀ ਸੀ? ਦਾ ਪ੍ਰਿੰਸ। ਮੈਕਿਆਵੇਲੀ ਦਾ ਪੂਰਾ ਨਾਮ ਕੀ ਸੀਗਾ? ਨਿਕੋਲੋ ਮੈਕਿਆਵੇਲੀ। ਪੂਰਾ ਨਾਮ ਕੀ ਸੀ ਜੀ? ਨਿਕੋਲੋ ਮੈਕਿਆਵੇਲੀ। ਮੈਕਿਆਵੇਲੀ ਦੀ ਇਤਾਲਵੀ ਰਚਨਾ ਮੈਂਡਰਾਗੋਲਾ। ਦੋ ਰਚਨਾਵਾਂ ਨੇ ਜੀ, ਪਹਿਲੀ ਦਾ ਪ੍ਰਿੰਸ ਅਤੇ ਇਤਾਲਵੀ ਰਚਨਾ ਮੈਂਡਰਾਗੋਲਾ। ਰੈਬੇਲਾਈਜ਼ ਦੀ ਪ੍ਰਸਿੱਧ ਰਚਨਾ ਗਰੰਗਤੂਆ। ਥੋੜ੍ਹਾ ਜਿਹਾ ਯਾਦ ਕਰਨ ਦੇ ਵਿੱਚ ਜ਼ਰੂਰ ਪ੍ਰੋਬਲਮ ਆਉਣੀ ਹੈ ਜੀ, ਪਰੰਤੂ ਵਰਡ ਹਿਸਟਰੀ ਹੋਣ ਕਾਰਨ ਅਤੇ ਮਾਸਟਰ ਗੇਟ ਦਾ ਟੌਪਿਕ ਵੀ ਆਪਾਂ ਨੂੰ ਯਾਦ ਜ਼ਰੂਰ ਕਰਨਾ ਪੈਣਾ। ਚੌਸਰ ਦਾ ਪੂਰਾ ਨਾਮ ਕੀ ਸੀ? ਜਿਓਫਰੇ ਚੌਸਰ। ਚੌਸਰ ਦਾ ਜਨਮ ਕਦੋਂ ਹੋਇਆ? 1304 ਈਸਵੀ ਨੂੰ। ਚੌਸਰ ਕਿਸ ਵਿਦਵਾਨ ਤੋਂ ਪ੍ਰਭਾਵਿਤ ਹੋਇਆ ਸੀ? ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਬੋਕਾਸੀਓ ਤੋਂ। ਉਹਨਾਂ ਦੀ ਜੋ ਰਚਨਾ ਸੀ ਦੀ ਕੈਮਰੌਨ, ਉਸ ਤੋਂ ਬਾਅਦ ਹੀ ਚੌਸਰ ਨੇ ਆਪਣੀ ਰਚਨਾ ਕੀਤੀ ਸੀ ਕੈਂਟਰਬਰੀ ਟੇਲਜ਼। ਟਾਮਸ ਮੂਰ ਦੀ ਪ੍ਰਸਿੱਧ ਰਚਨਾ ਕਿਹੜੀ ਸੀ? ਯੂਟੋਪੀਆ। ਟਾਮਸ ਮੂਰ ਕਾਫੀ ਫੇਮਸ ਹੋਇਆ, ਇਹਨਾਂ ਦੀ ਰਚਨਾ ਕਿਹੜੀ ਸੀ? ਯੂਟੋਪੀਆ। ਐਡਮੰਡ ਸਪੈਂਸਰ ਦੀ ਪ੍ਰਸਿੱਧ ਰਚਨਾ ਫੇਰੀ ਕਿਊਨ। ਵਿਲੀਅਮ ਸ਼ੈਕਸਪੀਅਰ ਦੀ ਪ੍ਰਸਿੱਧ ਰਚਨਾ ਜੂਲੀਅਸ ਸੀਜ਼ਰ। ਸ਼ੈਕਸਪੀਅਰ ਨੇ ਕੁੱਲ ਕਿੰਨੇ ਨਾਟਕਾਂ ਦੀ ਰਚਨਾ ਕੀਤੀ ਸੀ ਜੀ? ਕੁੱਲ ਕਿੰਨੇ ਨਾਟਕ ਸੀ ਉਹਨਾਂ ਦੇ? 38 ਨਾਟਕ ਸੀਗੇ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ ਜੀ। ਇਸ ਤੋਂ ਇਲਾਵਾ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਸ਼ੈਕਸਪੀਅਰ ਦੇ ਪ੍ਰਸਿੱਧ ਨਾਟਕ ਕਿਹੜੇ ਹਨ? 3 ਪ੍ਰਸਿੱਧ ਨਾਟਕ ਨੇ ਉਹਨਾਂ ਦੇ ਜੀ, ਰੋਮੀਓ ਜੂਲੀਅਟ, ਹੈਮਲੇਟ, ਮੈਕਬਥ। ਯੂਰਪ ਦਾ ਵਿਦਵਾਨ ਕਿਸ ਕਵੀ ਨੂੰ ਕਿਹਾ ਜਾਂਦਾ? ਕਿਸ ਕਵੀ ਨੂੰ ਕਿਹਾ ਜਾਂਦਾ ਜੀ ਯੂਰਪ ਦਾ ਵਿਦਵਾਨ? ਈਰੈਸਮਸ। ਜਨਮ ਹੋਇਆ ਸੀ 1466 ਈਸਵੀ ਨੂੰ ਅਤੇ ਉਹਨਾਂ ਦੀ ਡੈਥ ਹੋਈ ਸੀ 1537 ਈਸਵੀ ਨੂੰ। ਈਰੈਸਮਸ ਦੀ ਪ੍ਰਸਿੱਧ ਰਚਨਾ ਇਨ ਪ੍ਰੇਜ਼ ਆਫ ਫੋਲੇ। ਬਾਈਬਲ ਦਾ ਜਰਮਨ ਭਾਸ਼ਾ ਵਿੱਚ ਅਨੁਵਾਦ ਕਿਸ ਨੇ ਕੀਤਾ ਸੀ? ਮਾਰਟਨ ਲੂਥਰ ਨੇ। ਮਾਰਟਨ ਲੂਥਰ ਪ੍ਰੋਟੈਸਟ ਮਤ ਦੇ ਨਾਲ ਸੰਬੰਧਿਤ ਸੀਗਾ, ਜਿਨ੍ਹਾਂ ਨੇ ਬਾਈਬਲ ਦਾ ਜਰਮਨ ਭਾਸ਼ਾ ਦੇ ਵਿੱਚ ਅਨੁਵਾਦ ਕਰਵਾਇਆ ਸੀ। ਪੁਨਰ ਜਾਗਰਣ ਕਾਲ ਦਾ ਪ੍ਰਸਿੱਧ ਪੁਰਤਗਾਲੀ ਵਿਦਵਾਨ ਲੂਈ ਦੀ ਕੈਮੋਇਸ। ਉਹਨਾਂ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ? ਲੂਮੀਆਰਡਜ਼। ਲਿਓਨਾਰਦੋ ਦਾ ਵਿੰਸੀ ਕਿੱਥੋਂ ਦਾ ਰਹਿਣ ਵਾਲਾ ਸੀ? ਉਹਨਾਂ ਦੀ ਫਲੋਰੈਂਸ ਦਾ। ਪ੍ਰਸਿੱਧ ਰਚਨਾ ਕਿਹੜੀ ਹੈ ਉਹਨਾਂ ਦੀ? ਮੋਨਾਲੀਜ਼ਾ। ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਰਚਨਾਵਾਂ ਵੀ ਨੇ 2, ਕਿਹੜੀਆਂ ਨੇ ਜੀ? ਦੀ ਲਾਸਟ ਸੱਪਰ, ਦੀ ਵਰਜਨ ਆਫ ਰਾਕਸ। ਵਿੰਸੀ ਦੀ ਲਾਸਟ ਸੱਪਰ ਤਸਵੀਰ ਕਿੱਥੇ ਬਣਾਈ ਗਈ ਆ? ਜੀ? ਮਿਲਾਨ ਨਗਰ ਦੇ ਵਿੱਚ ਬਣਾਈ ਗਈ ਆ।
ਮਾਈਕਲ ਐਂਜਲੋ ਦੀ ਪ੍ਰਸਿੱਧ ਚਿੱਤਰਕਾਰੀ ਕਿੱਥੇ ਬਣਾਈ ਗਈ ਸੀ ਚਿੱਤਰਕਾਰੀ? ਸਿਸਤਾਈਨ ਚੈਂਪਲ ਦੀ ਛੱਤ 'ਤੇ ਚਿੱਤਰਕਾਰੀ ਕੀਤੀ ਗਈ ਸੀ, ਮੋਹਰਾ ਸੀ। ਸੋ ਉਹਨਾਂ ਦੀ ਪ੍ਰਸਿੱਧ ਚਿੱਤਰਕਾਰੀ ਆ। ਸਾਂਜੀਓ ਰਾਫੇਲ ਕੌਣ ਸੀ? ਇਟਲੀ ਦਾ ਪ੍ਰਸਿੱਧ ਚਿੱਤਰਕਾਰ ਸੀ। ਜਨਮ ਹੋਇਆ ਸੀ ਉਹਨਾਂ ਦਾ 1483 ਈਸਵੀ ਨੂੰ ਅਤੇ 1520 ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ। ਸਾਂਜੀਓ ਰਾਫੇਲ ਦੀ ਪ੍ਰਸਿੱਧ ਰਚਨਾ ਕਿਹੜੀ ਸੀ? ਉਹਨਾਂ ਨੇ ਈਸਾ ਮਸੀਹ ਦੀ ਮਾਤਾ ਮੈਡੋਨਾ ਦਾ ਚਿੱਤਰ ਬਣਾਇਆ ਸੀ, ਜੋ ਕਾਫੀ ਫੇਮਸ ਹੋਇਆ। ਤੀਤੀਅਨ ਦੀ ਪ੍ਰਸਿੱਧ ਰਚਨਾ ਕਿਹੜੀ ਆ ਜਾਂ ਕਿਰਤ ਕਿਹੜੀ ਆ? ਇੰਜੈਪਸ਼ਨ ਆਫ ਦੀ ਵਰਜਨ। ਇਟਲੀ ਦੇ 4 ਸਭ ਤੋਂ ਪ੍ਰਸਿੱਧ ਮੂਰਤੀਕਾਰ ਕਿਹੜੇ ਸੀ ਜੀ? ਡੋਨਾਤੇਲੋ, ਲੋਰੈਂਜ਼ੋ ਗਿਬਰਟੀ, ਲੂਕਾ ਦੇਲਾ ਰੋਬੀਆ, ਮਾਈਕਲ ਐਂਜਲੋ। ਪੁਨਰ ਜਾਗਰਣ ਕਾਲ ਦੀ ਸਭ ਤੋਂ ਸ਼ਾਨਦਾਰ ਇਮਾਰਤ ਕਿਹੜੀ ਹੈ? ਰੋਮ ਵਿੱਚ ਸੈਂਟ ਪੀਟਰ ਦਾ ਗਿਰਜਾਘਰ। ਸੈਂਟ ਪੀਟਰ ਦੀ ਗਿਰਜਾਘਰ ਦਾ ਨਿਰਮਾਣਕਾਰ ਕੌਣ ਸੀ? ਬਰਾਮਾਂਤੇ। ਇੱਕ ਸੈਂਟ ਪਾਲ ਸੀ ਗਿਰਜਾਘਰ, ਉਹਨਾਂ ਦਾ ਨਿਰਮਾਣਕਾਰ ਸੀ ਕ੍ਰਿਸਟੋਫਰ ਰੇਨ। ਪੁਨਰ ਜਾਗਰਣ ਕਾਲ 'ਚ ਇਟਲੀ ਦਾ ਪ੍ਰਸਿੱਧ ਸੰਗੀਤਕਾਰ ਕਿਹੜਾ ਸੀ? ਗਿਓਵੰਨੀ ਪੈਲੇਸਟ੍ਰਾਈਨਾ। ਪੁਨਰ ਜਾਗਰਣ ਸਮੇਂ ਦਾ ਸਭ ਤੋਂ ਪਹਿਲਾ ਖਗੋਲ ਯਾਤਰੀ ਪਟੋਲਮੀ ਸੀ ਜੀ, ਜਿਨ੍ਹਾਂ ਨੇ ਕਿਹੜੇ ਸਿਧਾਂਤ ਨੂੰ ਵੰਗਾਰਿਆ ਸੀ ਕਿ ਧਰਤੀ ਕੇਂਦਰ ਹੈ ਅਤੇ ਬਾਕੀ ਗ੍ਰਹਿ ਉਸ ਦੁਆਲੇ ਘੁੰਮਦੇ ਨੇ? ਉਹਨਾਂ ਨੇ ਸਿਧਾਂਤ ਨੂੰ ਵੰਗਾਰਿਆ ਸੀ। ਨਿਕੋਲਸ ਕੋਪਰਨਿਕਸ ਕਿੱਥੋਂ ਦਾ ਰਹਿਣ ਵਾਲਾ ਸੀ? ਪੋਲੈਂਡ ਦਾ। ਜਾਨ ਕੈਪਲਰ ਕੌਣ ਸੀਗਾ? ਪੁਨਰ ਜਾਗਰਣ ਕਾਲ ਦੇ ਸਮੇਂ ਜਰਮਨ ਦਾ ਵਿਗਿਆਨੀ ਸੀ। ਦੂਰਬੀਨ ਦੀ ਖੋਜ ਕਿਸ ਨੇ ਕੀਤੀ ਸੀ? ਗੈਲੀਲੀਓ ਨੇ। ਦੂਰਬੀਨ ਦੀ ਖੋਜ ਵੀ ਪੁਨਰ ਜਾਗਰਣ ਕਾਲ ਦੇ ਵਿੱਚ ਪੁਨਰ ਜਾਗਰਣ ਦਾ ਉਥਾਨ ਕਰਨ ਦੇ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਪਾਇਆ ਸੀਗਾ ਦੂਰਬੀਨ ਦੇ ਅਵਿਸ਼ਕਾਰ ਨੇ ਵੀ। ਤਾਂ ਲੋਕਾਂ ਦੇ ਵਿੱਚ ਤਰਕ ਇੱਕ ਨਵੀਂ ਜਿਗਿਆਸਾ ਪੈਦਾ ਹੋਈ ਸੀ ਇਸ ਦੇ ਨਾਲ। ਗੁਰਤਾਕਰਸ਼ਣ ਦੇ ਸਿਧਾਂਤ ਦੀ ਖੋਜ ਕਿਸ ਨੇ ਕੀਤੀ ਸੀ? ਇਸਾਕ ਨਿਊਟਨ ਨੇ। ਗੋਲਾ ਬਾਰੂਦ ਦੀ ਇਜਾਦ ਕਿਹਨਾਂ ਨੇ ਕੀਤੀ ਸੀ? ਸਭ ਤੋਂ ਪਹਿਲਾਂ ਗੋਲਾ ਬਾਰੂਦ ਚੀਨੀਆਂ ਨੇ ਵਰਤਿਆ ਸੀ। ਪੁਰਤਗਾਲੀ ਯਾਤਰੀ ਵਾਸਕੋ ਡੀ ਗਾਮਾ ਭਾਰਤ ਕਦੋਂ ਆਇਆ? ਜਦੋਂ ਵਿਗਿਆਨਿਕ ਖੋਜਾਂ ਹੋਈਆਂ, ਖੋਜਾਂ ਦੇ ਨਾਲ ਕੰਪਾਸ, ਗੋਲਾ ਬਾਰੂਦ, ਹੋਰ ਬਹੁਤ ਸਾਰੇ ਵਿਗਿਆਨਿਕ ਕਾਢਾਂ ਹੋਈਆਂ, ਤਾਂ ਉਹਨਾਂ ਦੀ ਵਰਤੋਂ ਕਰਕੇ ਬਹੁਤ ਸਾਰੇ ਜੋ ਨਾਸਕ ਸੀਗੇ, ਜੋ ਉਹਨਾਂ ਨੇ ਸਮੁੰਦਰੀ ਰਸਤੇ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ 'ਤੇ ਜਾਣਾ ਸਟਾਰਟ ਕੀਤਾ। ਸੋ ਪੁਰਤਗਾਲੀ ਯਾਤਰੀ ਵਾਸਕੋ ਡੀ ਗਾਮਾ ਵੀ ਭਾਰਤ ਆਇਆ ਸੀਗਾ 1498 ਦੇ ਵਿੱਚ, ਕਾਲੀਕਟ ਬੰਦਰਗਾਹ 'ਤੇ ਪਹੁੰਚਿਆ ਸੀ। ਪੁਨਰ ਜਾਗਰਣ ਨੇ ਕਿਹੜੇ ਨਵੇਂ ਅੰਦੋਲਨ ਨੂੰ ਜਨਮ ਦਿੱਤਾ ਸੀ? ਧਰਮ ਸੁਧਾਰ ਅੰਦੋਲਨ ਨੂੰ ਜਨਮ ਦਿੱਤਾ ਸੀਗਾ ਜੀ। ਨੈਕਸਟ ਕਰਾਂਗੇ, ਪੁਨਰ ਜਾਗਰਣ ਦਾ ਮੁੱਖ ਬਿੰਦੂ ਕੀ ਸੀਗਾ? ਮਾਨਵਤਾਵਾਦ, ਮਨੁੱਖਤਾਵਾਦ ਸੀਗਾ। ਪੁਨਰ ਜਾਗਰਣ ਦੇ ਉਭਾਰ ਦੇ ਕਾਰਨ। ਕੋਈ ਵੀ ਚੀਜ਼, ਕੋਈ ਵੀ ਐਕਟੀਵਿਟੀ ਅਚਾਨਕ ਨਹੀਂ ਹੁੰਦੀ, ਉਹਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਾਰਨ ਉਹ ਚੀਜ਼ ਉਤਪੰਨ ਹੁੰਦੀ ਆ। ਇਸੇ ਤਰ੍ਹਾਂ ਪੁਨਰ ਜਾਗਰਣ ਦੇ ਵੀ ਕੁਝ ਕਾਰਨ ਨੇ ਜੋ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰਾਂਗੇ ਤਾਂ ਕਿ ਤੁਹਾਡਾ ਟੌਪਿਕ ਹੈ ਜਿਹੜਾ ਵਧੀਆ ਢੰਗ ਦੇ ਨਾਲ ਕਲੀਅਰ ਹੋ ਸਕੇ। ਸੋ ਪਹਿਲਾ ਕਾਰਨ ਹੈ ਸਾਮੰਤਵਾਦ ਦਾ ਪਤਨ। ਸਾਮੰਤਵਾਦ ਦਾ ਪਤਨ ਹੋਣਾ ਪੁਨਰ ਜਾਗਰਣ ਕਾਲ ਦਾ ਬਹੁਤ ਵੱਡੀ ਉਪਲਬਧੀ ਮੰਨਿਆ ਜਾਂਦਾ। ਇਸ ਤੋਂ ਪਹਿਲਾਂ ਜੋ ਸਮਰਾਟ ਹੁੰਦੇ ਸੀ, ਜੋ ਸ਼ਾਸਕ ਹੁੰਦੇ ਸੀ, ਉਹ ਸਾਮੰਤਾਂ ਦੇ ਉੱਪਰ ਨਿਰਭਰ ਰਹਿੰਦੇ ਸੀਗੇ। ਇਸ ਕਰਕੇ ਕੀ ਹੋਇਆ, ਸਾਮੰਤ ਸੀ ਜੋ ਉਹ ਐਸ਼ਪ੍ਰਸਤੀ ਕਰਨ ਲੱਗ ਪਏ। ਹੌਲੀ ਹੌਲੀ ਉਹਨਾਂ ਨੇ ਕਰਜ਼ੇ ਲੈ ਕੇ ਆਪਣੀਆਂ ਜ਼ਮੀਨਾਂ ਗਹਿਣੇ ਕਰਤੀਆਂ, ਕਰਜ਼ੇ ਲੈਣ ਲੱਗ ਪਏ ਅਤੇ ਮੱਧ ਵਰਗ ਸ਼੍ਰੇਣੀ ਨੇ ਕੀ ਕੀਤਾ ਕਿ ਆਪ ਉਹਨਾਂ ਨੇ ਸਮਰਾਟਾਂ ਨੂੰ ਸਹਾਇਤਾ ਦੇਣੀ, ਚਾਹੇ ਉਹ ਸੈਨਿਕ ਸਹਾਇਤਾ ਹੋਵੇ, ਚਾਹੇ ਉਹ ਪੈਸੇ ਦੇ ਰੂਪ ਵਿੱਚ ਹੋਵੇ, ਸੈਨਿਕ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ। ਤਾਂ ਮੱਧ ਵਰਗ ਸ਼੍ਰੇਣੀ ਦਾ ਉਥਾਨ ਹੋਣਾ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਜੋ ਸਾਮੰਤ ਸੀਗੇ ਉਹ ਪਤਨ ਹੋ ਗਿਆ ਸੀ ਉਹਨਾਂ ਦਾ, ਅਤੇ ਮੱਧ ਵਰਗੀ ਸ਼੍ਰੇਣੀ ਸੀ ਜੋ ਪੜ੍ਹਿਆ ਲਿਖਿਆ ਵਰਗ ਸੀ ਉਹ ਅੱਗੇ ਆ ਗਿਆ ਅਤੇ ਨਵੇਂ ਵਿਚਾਰਾਂ ਦਾ ਜੋ ਉਤਪੱਤੀ ਹੋਈ ਸੀ। ਧਰਮ ਯੁੱਧਾਂ ਦਾ ਪ੍ਰਭਾਵ। ਬਹੁਤ ਸਾਰੇ ਧਰਮ ਯੁੱਧ ਹੋਏ ਸੀਗੇ, ਕੁਝ ਜਿਵੇਂ ਕੁਸਤਨਤੁਨੀਆ 'ਤੇ ਕਬਜ਼ਾ ਹੋਇਆ ਸੀਗਾ 1453 ਦੇ ਵਿੱਚ ਤੁਰਕਾਂ ਦੁਆਰਾ। ਇਸ ਤਰ੍ਹਾਂ ਉਹਨਾਂ ਦੇ ਧਾਰਮਿਕ ਸਥਾਨ ਈਸਾਈ ਧਰਮ ਅਤੇ ਮੁਸਲਿਮ ਧਰਮ ਦੇ ਵਿਚਕਾਰ ਜੋ ਯੁੱਧ ਹੁੰਦੇ ਰਹੇ ਸੀਗੇ, ਉਹਨਾਂ ਯੁੱਧਾਂ ਤੋਂ ਵੀ ਜੋ ਇੱਕ ਦੂਜੇ ਦੇ ਜੋ ਵਿਚਾਰ ਸੀਗੇ ਉਹ ਪੈਦਾ ਹੋਏ ਅਤੇ ਨਵੇਂ ਜਿਹੜੇ ਜਾਗਰਣ ਦਾ ਉਤਪੱਤੀ ਹੋਈ ਸੀ। ਚਰਚ ਦੇ ਪ੍ਰਭਾਵ ਵਿੱਚ ਕਮੀ। ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਚਰਚ ਯੂਰਪ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸੰਸਥਾ ਸੀ ਜੋ ਵਿਅਕਤੀ ਦੇ ਜੀਵਨ ਤੋਂ ਲੈ ਕੇ ਮੌਤ ਤੱਕ ਹਰ ਇੱਕ ਗਤੀਵਿਧੀ ਨੂੰ ਨਿਰਧਾਰਿਤ ਕਰਦੀ ਸੀ। ਪਰੰਤੂ ਹੌਲੀ ਹੌਲੀ ਸਮਰਾਟਾਂ ਨੇ ਕੀ ਕਰਨਾ ਸਟਾਰਟ ਕਰ ਦਿੱਤਾ, ਚਰਚ ਦੀ ਸ਼ਕਤੀ ਨੂੰ ਵੰਗਾਰਨਾ ਸਟਾਰਟ ਕਰ ਦਿੱਤਾ।
ਵਪਾਰਕ ਪੂੰਜੀਪਤੀਆਂ ਦਾ ਉਭਾਰ। ਵਪਾਰਕ ਸ਼੍ਰੇਣੀਆਂ ਉਤਪੰਨ ਹੋ ਗਈਆਂ ਸੀਗੀਆਂ, ਹੋਂਦ ਵਿੱਚ ਆ ਗਈਆਂ ਸੀ। ਉਹ ਵਪਾਰ ਇੱਕ ਦੂਸਰੇ ਦੇਸ਼ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨਾਲ ਨਵੇਂ ਲੋਕਾਂ ਦੇ ਸੰਪਰਕ ਵਿੱਚ ਆਏ, ਨਵੇਂ ਵਿਚਾਰਾਂ ਦੇ ਸੰਪਰਕ ਵਿੱਚ ਆਏ। ਛਾਪੇਖਾਨੇ ਦੀ ਕਾਢ। ਛਾਪੇਖਾਨੇ ਦੀ ਕਾਢ ਪੁਨਰ ਜਾਗਰਣ ਦੀ ਉਤਪਤੀ ਦਾ ਬਹੁਤ ਮਹੱਤਵਪੂਰਨ ਕਾਰਨ ਹੈ। ਜਰਮਨ ਦਾ ਜੋ ਜਾਨ ਗੁਟੇਨਬਰਗ ਸੀ, ਉਸਨੇ ਛਾਪੇਖਾਨੇ ਦੀ ਕਾਢ ਕੀਤੀ ਸੀਗੀ। ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ 1477 ਦੇ ਵਿੱਚ ਜਾਨ ਕੈਕਸਟਨ ਨੇ ਵੀ ਇੱਕ ਛਾਪਾਖਾਨਾ ਲਗਾਇਆ ਸੀ ਪਹਿਲਾ। ਛਾਪੇਖਾਨੇ ਦੇ ਨਾਲ ਕੀ ਹੋਇਆ, ਬਹੁਤ ਸਾਰਾ ਸਹਾਇਤਾ ਜੋ ਛਪਣ ਲੱਗ ਪਿਆ, ਬਹੁਤ ਸਾਰੇ ਅਖਬਾਰ ਛਪਣ ਲੱਗ ਪਏ। ਇਸ ਨਾਲ ਨਵੇਂ ਵਿਚਾਰ ਆ ਜੋ ਵਿਦਵਾਨਾਂ ਨੇ ਆਪਣੇ ਵਿਚਾਰ ਛਾਪੇਖਾਨੇ ਦੀ ਮਦਦ ਦੇ ਨਾਲ ਲੋਕਾਂ ਤੱਕ ਪਹੁੰਚਾਏ। ਇਸ ਕਰਕੇ ਇਹ ਵੀ ਇੱਕ ਕਾਰਨ ਸੀਗਾ। ਕੁਸਤਨਤੁਨੀਆ ਉੱਤੇ ਤੁਰਕਾਂ ਦੁਆਰਾ ਕਬਜ਼ਾ। 1453 ਵਿੱਚ ਤੁਰਕਾਂ ਨੇ ਪੁਰਾਣੇ ਰੋਮਨ ਸਾਮਰਾਜ ਦੀ ਰਾਜਧਾਨੀ ਕੁਸਤਨਤੁਨੀਆ ਉੱਥੇ ਕਬਜ਼ਾ ਕਰ ਲਿਆ ਸੀ। ਤਾਂ ਫਿਰ ਉੱਥੇ ਜੋ ਵਿਦਵਾਨ ਸੀਗੇ, ਲੇਖਕ ਸੀਗੇ, ਉਹਨਾਂ ਨੇ ਉੱਥੋਂ ਕੁਸਤਨਤੁਨੀਆ ਛੱਡ ਕੇ ਅਲੱਗ-ਅਲੱਗ ਜਗ੍ਹਾ 'ਤੇ ਚਲੇ ਗਏ ਸੀ। ਬਹੁਤ ਸਾਰੇ ਵਿਦਵਾਨਾਂ ਨੂੰ, ਬਹੁਤ ਸਾਰੇ ਸਮਰਾਟਾਂ ਨੇ, ਪੋਪਾਂ ਨੇ ਕੀ ਕਰਤਾ ਸੀ, ਆਪਣੀ ਸਰਪ੍ਰਸਤੀ ਦੇ ਵਿੱਚ ਰੱਖ ਲਿਆ ਸੀ, ਦਰਬਾਰਾਂ ਦੇ ਵਿੱਚ ਰੱਖ ਲਿਆ ਸੀ। ਤਾਂ ਉਹਨਾਂ ਨੇ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ, ਲਾਇਬ੍ਰੇਰੀਆਂ 'ਚ ਜਾ ਕੇ ਆਪਣੇ ਵਿਚਾਰ ਆ ਜੋ ਲੋਕਾਂ ਤੱਕ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਸੀ। ਉਦਾਰ ਸਮਰਾਟਾਂ ਦੇ ਪੋਪਾਂ ਦਾ ਯੋਗਦਾਨ। ਬਹੁਤ ਸਾਰੇ ਉਦਾਰ ਸਮਰਾਟ ਸੀਗੇ, ਜਿਵੇਂ ਡੈਨਮਾਰਕ ਦਾ ਸਮਰਾਟ, ਫਰਾਂਸ ਦਾ ਸਮਰਾਟ, ਇਸ ਤਰ੍ਹਾਂ ਦੇ ਸਮਰਾਟ ਸੀ। ਅਤੇ ਬਹੁਤ ਸਾਰੇ ਪੋਪ ਸੀਗੇ ਜਿਨ੍ਹਾਂ ਨੇ ਬਹੁਤ ਸਾਰੇ ਵਿਦਵਾਨਾਂ ਨੂੰ ਸਰਪ੍ਰਸਤੀ ਦੇਣੀ ਸਟਾਰਟ ਕਰ ਦਿੱਤੀ। ਜਿਸ ਤਰ੍ਹਾਂ ਫਲੋਰੈਂਸ ਦੇ ਇੱਕ ਮੈਡੀਸੀ ਪਰਿਵਾਰ ਸੀਗਾ, ਜਿਸ ਨੇ ਲਿਓਨਾਰਡੋ ਦੀ ਮਾਈਕੇਲੈਂਜਲੋ ਅਜਿਹੇ ਬਹੁਤ ਸਾਰੇ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਫਲੋਰੈਂਸ ਦੇ ਵਿੱਚ ਪਲੈਟੋ ਦੀ ਫਿਲਾਸਫੀ ਦਾ ਅਧਿਐਨ ਕਰਨ ਦੇ ਲਈ ਵੀ ਇੱਕ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਦੀ ਸਰਪ੍ਰਸਤੀ ਦੇ ਨਾਲ ਨਵੇਂ ਜੋ ਵਿਦਵਾਨ ਸੀ ਜੋ ਆਪਣੇ ਵਿਚਾਰ ਪੇਸ਼ ਕਰਨ ਲੱਗੇ ਸੀ। ਵਿਗਿਆਨਕ ਕਾਢਾਂ ਵੀ ਮਹੱਤਵਪੂਰਨ ਕਾਰਨ ਆ। ਬਹੁਤ ਸਾਰੀਆਂ ਵਿਗਿਆਨਕ ਕਾਢਾਂ ਹੋਈਆਂ ਸੀ, ਜਿਵੇਂ ਕੰਪਾਸ, ਗੋਲਾ ਬਰੂਦ। ਇਸ ਤਰ੍ਹਾਂ ਦੇ ਕਾਢਾਂ ਨੇ ਵੀ ਪੁਨਰ ਜਾਗਰਣ ਦੀ ਉਤਪਤੀ ਵਿੱਚ ਆਪਣਾ ਯੋਗਦਾਨ ਪਾਇਆ ਸੀ। ਨਵੇਂ ਨਗਰਾਂ ਦਾ ਉਥਾਨ। ਬਹੁਤ ਸਾਰੇ ਨਵੇਂ ਨਗਰ ਹੋਂਦ ਵਿੱਚ ਆਏ ਸੀ, ਜਿਸ ਨਾਲ ਕੀ ਹੋਇਆ, ਨਵੇਂ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਲੱਗੇ, ਉਹਨਾਂ ਦੇ ਵਿਚਾਰ ਬਦਲਣ ਲੱਗੇ। ਅਤੇ ਲਾਸਟ 'ਤੇ ਹੈ ਜੀ ਮੰਗੋਲ ਸਾਮਰਾਜ ਦਾ ਉਭਾਰ। ਮੰਗੋਲ ਸਾਮਰਾਜ ਦਾ ਸੰਸਥਾਪਕ ਸੀਗਾ ਚੰਗੇਜ਼ ਖਾਂ। ਚੰਗੇਜ਼ ਖਾਂ ਤੋਂ ਬਾਅਦ ਉਹਨਾਂ ਦਾ ਉੱਤਰਾਧਿਕਾਰੀ ਬਣਿਆ ਸੀ ਕੁਬਲਾਈ ਖਾਂ। ਕੁਬਲਾਈ ਖਾਂ ਨੇ ਇੱਕ ਸ਼ਕਤੀਸ਼ਾਲੀ ਅਤੇ ਵਿਸ਼ਾਲ ਸਾਮਰਾਜ ਦੀ ਨੀਂਹ ਰੱਖੀ ਸੀਗੀ। ਉਸਨੇ ਬਹੁਤ ਸਾਰੇ ਵਿਦਵਾਨਾਂ ਨੂੰ, ਕਵੀਆਂ ਨੂੰ, ਜੋਤਸ਼ੀਆਂ ਨੂੰ ਸਰਪ੍ਰਸਤੀ ਦੇਣੀ ਸ਼ੁਰੂ ਕਰ ਦਿੱਤੀ ਸੀ। ਮਾਰਕ ਪੋਲੋ ਸੀ ਇੱਕ ਵੇਨਿਸ, ਇਟਲੀ ਦਾ ਰਹਿਣ ਵਾਲਾ। ਉਹ ਉਸ ਦੇ ਦਰਬਾਰ ਵਿੱਚ ਆ ਕੇ ਰਹਿਣ ਲੱਗਿਆ ਸੀਗਾ। ਕੁਬਲਾਈ ਖਾਂ ਦੇ ਸਮੇਂ ਪੀਕਿੰਗ ਅਤੇ ਸਮਰਕੰਦ ਇਹ ਸੱਭਿਆਚਾਰ ਦੇ ਪ੍ਰਸਿੱਧ ਕੇਂਦਰ ਬਣ ਗਏ ਸੀ। ਇਸ ਤਰ੍ਹਾਂ ਮੰਗੋਲ ਸਾਮਰਾਜ ਦਾ ਉਭਾਰ ਵੀ ਇੱਕ ਪੁਨਰ ਜਾਗਰਣ ਦੇ ਵਿੱਚ ਕਾਫੀ ਮਹੱਤਤਾ ਰੱਖਦਾ। ਇਸੇ ਉਭਾਰ ਦੇ ਕਾਰਨ ਹੁਣ ਆਪਾਂ ਕਰਾਂਗੇ ਪੁਨਰ ਜਾਗਰਣ ਦੇ ਪ੍ਰਭਾਵ ਕੀ ਪਏ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਉਹਨਾਂ ਦੇ ਸਮਾਜਿਕ ਅਤੇ ਧਾਰਮਿਕ ਕੀ ਪ੍ਰਭਾਵ ਪਏ ਸੀ। ਪਹਿਲਾ ਪ੍ਰਭਾਵ ਹੈ ਜਗਿਆਸਾ ਦੀ ਭਾਵਨਾ। ਪੁਨਰ ਜਾਗਰਣ ਦੇ ਨਾਲ ਕੀ ਹੋਇਆ, ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਹੋਣ ਲੱਗ ਪਈ। ਉਹ ਨਵਾਂ ਕੁਝ ਸਿੱਖਣ ਨੂੰ, ਨਵੇਂ ਵਿਚਾਰ ਸਿੱਖਣ ਦੇ ਲਈ ਉਤਸੁਕਤਾ ਵਿਖਾਉਣ ਲੱਗੇ। ਨਵੇਂ ਵਿਚਾਰ ਉਹਨਾਂ ਦੇ ਵਿੱਚ ਆਉਣ ਲੱਗੇ। ਮਾਨਵਵਾਦ ਦੀ ਭਾਵਨਾ, ਉਹਨਾਂ ਦੇ ਵਿੱਚ ਮਨੁੱਖਤਾ ਦੇ ਪ੍ਰਤੀ ਆਦਰ ਸਤਿਕਾਰ ਵੱਧ ਗਿਆ। ਇਸਤਰੀਆਂ ਦੀ ਸਥਿਤੀ 'ਚ ਸੁਧਾਰ। ਇਸਤਰੀਆਂ ਨੂੰ ਪਹਿਲਾਂ ਇੰਨਾ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਸੀਗਾ, ਪਰੰਤੂ ਪੁਨਰ ਜਾਗਰਣ ਦੇ ਆਉਣ ਨਾਲ ਲੋਕਾਂ ਦੇ ਵਿੱਚ ਨਵੇਂ ਵਿਚਾਰ ਹੋਏ, ਉਹਨਾਂ 'ਚ ਜਾਗਰੂਕਤਾ ਆਈ, ਬੌਧਿਕ ਚੇਤਨਤਾ ਪੈਦਾ ਹੋਈ ਅਤੇ ਇਸਤਰੀਆਂ ਦੀ ਜੋ ਦਸ਼ਾ ਸੀ ਉਹਦੇ ਵਿੱਚ ਸੁਧਾਰ ਹੋਇਆ। ਆਚਾਰ ਵਿਹਾਰ ਅਤੇ ਸ਼ਿਸ਼ਟਾਚਾਰ ਦੇ ਨਿਯਮ। ਲੋਕਾਂ ਨੇ ਕੀ ਕੀਤਾ, ਜਦੋਂ ਨਵੇਂ ਵਿਚਾਰ ਨਵੇਂ ਵਿਦਵਾਨਾਂ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਦੇ ਵਿੱਚ ਕੁਝ ਆਪਣੇ ਜੀਵਨ ਦੇ ਕੁਝ ਉਹਨਾਂ ਨੇ ਨਿਯਮ ਬਣਾ ਲਏ ਸੀਗੇ। ਨੈਤਿਕਤਾ ਦਾ ਪਤਨ। ਪੁਨਰ ਜਾਗਰਣ ਦਾ ਸਭ ਤੋਂ ਵੱਡਾ ਨੁਕਸਾਨ ਜਾਂ ਨੈਗੇਟਿਵ ਇਫੈਕਟ ਕੀ ਪਿਆ ਸੀਗਾ, ਇਸ ਦੇ ਨਾਲ ਨੈਤਿਕਤਾ ਦਾ ਪਤਨ ਹੋ ਗਿਆ ਸੀ। ਲੋਕ ਲੋਭੀ, ਲਾਲਚੀ ਹੋ ਗਏ ਸੀਗੇ, ਸਿਰਫ ਆਪਣੇ ਬਾਰੇ ਸੋਚਣਾ ਸਟਾਰਟ ਕਰਤਾ ਸੀ ਅਤੇ ਉਹਨਾਂ ਵਿੱਚੋਂ ਨੈਤਿਕਤਾ ਜੋ ਇਮਾਨਦਾਰੀ ਆ ਉਹ ਖਤਮ ਹੋਣ ਲੱਗ ਪਈ ਸੀ। ਚਰਚ ਦੀ ਮਹੱਤਤਾ ਦਾ ਘਟਣਾ। ਜਦੋਂ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਸਮਰਾਟਾਂ ਨੇ, ਤਾਂ ਲੋਕਾਂ ਨੇ ਚਰਚ ਦੀ ਜੋ ਸ਼ਕਤੀ ਸੀ ਉਹਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲਾਂ ਚਰਚ ਕਾਫੀ ਮਹੱਤਵਪੂਰਨ ਸੰਸਥਾ ਸੀ। ਪੁਨਰ ਜਾਗਰਣ ਕਾਲ ਤੋਂ ਪਹਿਲਾਂ ਕੋਈ ਵੀ ਵਿਅਕਤੀ ਜਾਂ ਸਮਰਾਟ ਚਰਚ ਦੇ ਵਿਰੁੱਧ ਗਤੀਵਿਧੀ ਨਹੀਂ ਕਰ ਸਕਦਾ ਸੀ, ਪਰੰਤੂ ਜਾਗਰੂਕਤਾ ਆਉਣ ਦੇ ਨਾਲ ਚਰਚ ਦੀ ਜੋ ਮਹੱਤਤਾ ਉਹ ਘਟਣ ਲੱਗ ਪਈ ਸੀ। ਧਰਮ ਸੁਧਾਰ ਅੰਦੋਲਨ ਨੂੰ ਉਤਸ਼ਾਹ। ਪੁਨਰ ਜਾਗਰਣ ਤੋਂ ਬਾਅਦ
ਧਰਮ ਸੁਧਾਰ ਅੰਦੋਲਨ ਚੱਲਿਆ ਸੀਗਾ, ਜਿਸ ਦੀ ਨੀਂਹ ਪੁਨਰ ਜਾਗਰਣ ਦੇ ਵਿੱਚ ਹੀ ਰੱਖੀ ਗਈ ਸੀ। ਇਹ ਸੀਗੇ ਧਾਰਮਿਕ ਤੇ ਸਮਾਜਿਕ ਸੁਧਾਰ ਪ੍ਰਭਾਵ। ਹੁਣ ਆਪਾਂ ਕਰਾਂਗੇ ਪੁਨਰ ਜਾਗਰਣ ਦੇ ਸੰਸਕ੍ਰਿਤਿਕ ਪ੍ਰਭਾਵ ਕਿਹੜੇ ਪਏ ਸੀ। ਸਭ ਤੋਂ ਪਹਿਲਾਂ ਸਾਹਿਤ ਦਾ ਵਿਕਾਸ। ਬਹੁਤ ਸਾਰੇ ਵਿਦਵਾਨਾਂ ਨੇ ਫਰਾਂਸੀਸੀ ਸਾਹਿਤ, ਇਤਾਲਵੀ ਸਾਹਿਤ, ਅੰਗਰੇਜ਼ੀ ਸਾਹਿਤ ਅਤੇ ਹੋਰ ਬਹੁਤ ਸਾਰਾ ਸਾਹਿਤ ਹੈ ਜੋ ਲਿਖਿਆ ਗਿਆ ਸੀਗਾ। ਇਸ ਨਾਲ ਸਾਹਿਤ ਦਾ ਬਹੁਤ ਵਿਕਾਸ ਹੋਇਆ ਸੀਗਾ। ਆਧੁਨਿਕ ਸਿੱਖਿਆ ਦਾ ਵਿਕਾਸ, ਜੋ ਆਪਾਂ ਸਿੱਖਿਆ ਹੁਣ ਕਰ ਰਹੇ ਹਾਂ, ਆਧੁਨਿਕ ਸਿੱਖਿਆ, ਇਸ ਦਾ ਜੋ ਵਿਕਾਸ ਹੈਗਾ ਪੁਨਰ ਜਾਗਰਣ ਦਾ ਇੱਕ ਮਹੱਤਵਪੂਰਨ ਪ੍ਰਭਾਵ ਹੈਗਾ। ਪੁਰਾਤਤਵ ਵਿਗਿਆਨ ਦੀ ਵੀ ਉਤਪਤੀ ਇਸ ਦੇ ਵਿੱਚ ਕੀਤੀ ਗਈ। ਲਲਿਤ ਕਲਾਵਾਂ ਦਾ ਵੀ ਵਿਕਾਸ ਹੋਇਆ। ਇਸ ਦੇ ਵਿੱਚ ਬਹੁਤ ਸਾਰੇ ਮੂਰਤੀਕਾਰਾਂ ਨੇ, ਪੇਂਟਰਾਂ ਨੇ ਬਸ ਆਪਣੀਆਂ ਕਲਾਵਾਂ ਰਾਹੀਂ ਲੋਕਾਂ ਦੇ ਵਿੱਚ ਨਵੇਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਕਲਾਵਾਂ ਦਾ ਵਿਕਾਸ ਕੀਤਾ। ਵਿਗਿਆਨਕ ਇਜਾਦਾਂ ਅਤੇ ਖੋਜਾਂ, ਵਿਗਿਆਨਕ ਖੋਜਾਂ ਕੀਤੀਆਂ ਗਈਆਂ। ਕੰਪਾਸ, ਗੋਲਾ ਬਰੂਦ, ਗੁਰਤਾਕਰਸ਼ਣ ਦਾ ਨਿਯਮ, ਹੋਰ ਬਹੁਤ ਸਾਰੇ ਜੋ ਵਿਗਿਆਨਕ ਸੀਗੇ, ਸਾਇੰਟਿਸਟ ਸੀਗੇ, ਉਹਨਾਂ ਨੇ ਨਵੀਆਂ ਖੋਜਾਂ ਕੀਤੀਆਂ। ਭੂਗੋਲਿਕ ਖੋਜਾਂ ਕੀਤੀਆਂ ਗਈਆਂ। ਇਹ ਸੀਗੇ ਸੰਸਕ੍ਰਿਤਿਕ ਪ੍ਰਭਾਵ। ਹੁਣ ਆਪਾਂ ਕਰਾਂਗੇ ਆਰਥਿਕ ਪ੍ਰਭਾਵ। ਆਰਥਿਕ ਪ੍ਰਭਾਵ ਕੀ ਪਏ ਸੀਗੇ। ਵਪਾਰ ਅਤੇ ਵਣਜ ਦਾ ਵਿਕਾਸ। ਪੁਨਰ ਜਾਗਰਣ ਕਾਲ ਦੇ ਵਿੱਚ ਪੁਨਰ ਜਾਗਰਣ ਦਾ ਇਫੈਕਟ ਕੀ ਪਿਆ, ਲੋਕਾਂ ਦੇ ਵਿੱਚ ਆਪਣੇ ਆਪ ਨੂੰ ਉੱਚਾ ਉਠਾਉਣ ਦੀ ਭਾਵਨਾ ਪੈਦਾ ਹੋ ਗਈ। ਉਹ ਵਪਾਰ ਅਤੇ ਵਣਜ ਦਾ ਵਿਕਾਸ ਕਰਨ ਲੱਗ ਪਏ। ਉਹ ਵਪਾਰ ਸ਼ੁਰੂ ਕਰਨਾ ਸਟਾਰਟ ਕਰਤਾ। ਉਹਨਾਂ ਨੇ ਨਵੀਆਂ ਖੋਜਾਂ ਹੋਈਆਂ। ਉਹ ਕਾਢਾਂ ਨੂੰ ਵਰਤ ਕੇ ਉਹਨਾਂ ਨੇ ਵਪਾਰ ਨੂੰ ਕਾਫੀ ਵਧਾ ਲਿਆ ਸੀ। ਉਦਯੋਗਾਂ ਦਾ ਵਿਕਾਸ, ਉਹਨਾਂ ਦੇ ਵਿੱਚ ਪੈਸੇ ਕਮਾਉਣ ਦੀ ਹੋੜ ਲੱਗ ਪਈ ਸੀ ਅਤੇ ਹੌਲੀ ਹੌਲੀ ਉਹਨਾਂ ਨੇ ਉਦਯੋਗਾਂ ਦਾ ਵਿਕਾਸ ਕਰ ਲਿਆ ਸੀ। ਪੂੰਜੀਵਾਦ ਦਾ ਜਨਮ ਹੋ ਗਿਆ ਸੀ। ਉਹਨਾਂ ਦੇ ਵਿੱਚ ਪੈਸੇ ਦੀ ਦੌੜ ਲੱਗ ਪਈ ਲੋਕਾਂ ਦੇ ਵਿੱਚ। ਫਿਰ ਉਹਨਾਂ ਨੇ ਕੀ ਆ, ਪੂੰਜੀਵਾਦ ਦਾ ਵਿਸਥਾਰ ਹੋ ਗਿਆ ਸੀਗਾ। ਜਿਹੜੇ ਸਰਮਾਏਦਾਰ ਸੀਗੇ ਜਾਂ ਅਮੀਰ ਲੋਕ ਸੀ, ਉਹਨਾਂ ਨੇ ਗਰੀਬਾਂ ਦਾ, ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ। ਉਪਨਿਵੇਸ਼ਵਾਦ ਨੂੰ ਕੀ ਉਤਸ਼ਾਹ ਕਾਫੀ ਮਿਲਿਆ ਸੀਗਾ। ਬਹੁਤ ਸਾਰੇ ਜੋ ਸ਼ਾਸਤਰੀ ਨੌਜਵਾਨ ਸੀਗੇ, ਉਹਨਾਂ ਨੇ ਸਮੁੰਦਰੀ ਰਸਤਿਆਂ ਰਾਹੀਂ, ਥਲ ਸੈਨਾ ਰਾਹੀਂ ਜਾ ਕੇ ਜੋ ਆਪਣੇ ਖੇਤਰ ਦੇ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਵਾਸਕੋ ਡੀ ਗਾਮਾ ਭਾਰਤ ਆਇਆ ਸੀ, ਕੋਲੰਬਸ, ਹੋਰ ਬਹੁਤ ਸਾਰੇ ਜਿਹੜੇ ਅਜਿਹੇ ਸੀਗੇ ਨਾਵਿਕ ਸੀਗੇ ਜਿਨ੍ਹਾਂ ਨੇ ਇੱਕ ਦੂਸਰੇ ਦੇਸ਼ ਦੇ ਵਿੱਚ ਜਾ ਕੇ ਨਵੇਂ ਖੇਤਰਾਂ ਦੀ ਖੋਜ ਕੀਤੀ ਸੀ। ਰਾਜਨੀਤਿਕ ਪ੍ਰਭਾਵ ਕਰਾਂਗੇ। ਸ਼ਕਤੀਸ਼ਾਲੀ ਰਾਜਤੰਤਰਾਂ ਦਾ ਉਥਾਨ। ਬਹੁਤ ਸਾਰੇ ਜਿਹੜੇ ਸ਼ਕਤੀਸ਼ਾਲੀ ਰਾਜਤੰਤਰ ਸੀ ਉਹ ਉਤਪੰਨ ਹੋ ਗਏ ਸੀਗੇ। ਸਾਮੰਤਵਾਦ ਨੂੰ ਧੱਕਾ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਇਹ, ਕਿ ਉਸ ਪੁਨਰ ਜਾਗਰਣ ਦੇ ਨਾਲ ਕੀ ਹੋਇਆ ਸੀਗਾ, ਲੋਕਾਂ ਦੇ ਵਿੱਚ ਜਾਗਰੂਕਤਾ ਆਈ। ਸਮਰਾਟਾਂ ਨੇ ਸਾਮੰਤਾਂ 'ਤੇ ਆਪਣੀ ਨਿਰਭਰਤਾ ਘਟਾ ਦਿੱਤੀ ਸੀਗੀ। ਇਸ ਕਰਕੇ ਸਾਮੰਤਵਾਦ ਨੂੰ ਕਾਫੀ ਵੱਡਾ ਝਟਕਾ ਲੱਗਿਆ ਸੀ। ਯੁੱਧ ਕਲਾ ਵਿੱਚ ਪਰਿਵਰਤਨ। ਹੁਣ ਵਿਗਿਆਨਕ ਖੋਜਾਂ ਹੋ ਚੁੱਕੀਆਂ ਸੀ, ਤਾਂ ਯੁੱਧ ਕਲਾ ਦੇ ਵਿੱਚ ਵੀ ਕੀ ਹੋਇਆ, ਨਵੇਂ ਯੰਤਰ, ਤੋਪਾਂ ਵਰਤੀਆਂ ਜਾਣ ਲੱਗੀਆਂ, ਗੋਲਾ ਬਾਰੂਦ ਵਰਤਿਆ ਜਾਣ ਲੱਗਿਆ। ਇਸ ਤਰ੍ਹਾਂ ਯੁੱਧ ਕਲਾ ਦੇ ਵਿੱਚ ਵੀ ਪਰਿਵਰਤਨ ਆ ਚੁੱਕਿਆ ਸੀਗਾ। ਆਧੁਨਿਕ ਚਾਣਕਿਆ ਕਿਸ ਨੂੰ ਕਿਹਾ ਜਾਂਦਾ ਜੀ, ਮੈਕੀਆਵੈਲੀ ਨੂੰ। ਮਾਰਟਿਨ ਲੂਥਰ ਕਿਸ ਮਤ ਨਾਲ ਸੰਬੰਧਿਤ ਸੀ, ਪ੍ਰੋਟੈਸਟੈਂਟ ਮਤ ਨਾਲ ਸੰਬੰਧਿਤ ਸੀਗਾ। ਮਾਰਟਿਨ ਲੂਥਰ ਜਰਮਨ ਦਾ ਰਹਿਣ ਵਾਲਾ ਸੀ। ਪੋਪ ਦੀ ਸੀਟ ਕਿੱਥੇ ਹੈ, ਰੋਮ ਵਿਖੇ। ਰੋਮ ਕਿੱਥੇ ਹੈ ਜੀ, ਇਟਲੀ ਦੇ ਵਿੱਚ। ਪੁਨਰ ਜਾਗਰਣ ਕਿਸ ਮਹਾਂਦੀਪ ਵਿੱਚ ਪਹਿਲਾਂ ਆਇਆ, ਸਭ ਤੋਂ ਪਹਿਲਾਂ ਆਇਆ ਸੀਗਾ ਯੂਰਪ ਦੇ ਵਿੱਚ। ਪੁਨਰ ਜਾਗਰਣ ਦਾ ਘਰ ਕਿਸ ਨੂੰ ਮੰਨਿਆ ਜਾਂਦਾ, ਇਟਲੀ ਦੇ ਨਗਰ ਫਲੋਰੈਂਸ ਨੂੰ। ਪੁਨਰ ਜਾਗਰਣ ਕਾਲ ਵਿੱਚ ਚਿੱਤਰਕਲਾ ਦਾ ਜਨਕ ਕੌਣ ਸੀਗਾ ਜੀ, ਜਿਆਟੋ। ਪੁਨਰ ਜਾਗਰਣ ਕਾਲ ਦਾ ਸਭ ਤੋਂ ਪ੍ਰਸਿੱਧ ਨਿਬੰਧਕਾਰ ਕੌਣ ਸੀ, ਫਰਾਂਸਿਸ ਬੇਕਨ। ਇਹ ਸੀਗੇ ਮਾਸਟਰ ਕੇਡਰ ਦੇ ਟੌਪਿਕ ਪੁਨਰ ਜਾਗਰਣ ਦੇ ਨਾਲ ਸੰਬੰਧਿਤ 100 ਮਹੱਤਵਪੂਰਨ ਪ੍ਰਸ਼ਨ। ਉਮੀਦ ਹੈ ਕਿ ਆਪ ਸਭ ਨੇ ਧਿਆਨ ਨਾਲ ਕੀਤੇ ਹੋਣਗੇ। ਇਸ ਤਰ੍ਹਾਂ ਦੀ ਟੈਸਟ, ਇਸ ਤਰ੍ਹਾਂ ਦੇ ਕੁਐਸਚਨ ਅਤੇ ਟੌਪਿਕ ਅਸੀਂ ਅੱਗੇ ਤੋਂ ਵੀ ਤੁਹਾਡੇ ਅੱਗੇ ਲੈ ਕੇ ਆਉਂਦੇ ਰਹਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀ ਵੀਡੀਓ ਪਹੁੰਚ ਸਕੇ। ਇਸ ਤੋਂ ਇਲਾਵਾ ਅਸੀਂ ਮਾਸਟਰ ਕੇਡਰ ਅਤੇ PS ਟੈਟ ਦੇ ਨਾਲ ਸੰਬੰਧਿਤ ਬਹੁਤ ਸਾਰੇ ਵੀਡੀਓਜ਼ ਆਪਣੇ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ। ਤੁਸੀਂ ਸਭ ਨੇ ਉਹ ਵੀਡੀਓਜ਼ ਵੀ ਜ਼ਰੂਰ ਵੇਖ ਲੈਣੀਆਂ, ਤਾਂ ਕਿ ਤੁਹਾਡੇ ਜੋ ਟੌਪਿਕ ਨੇ, ਤੁਹਾਡਾ ਜੋ ਸਿਲੇਬਸ ਹੈਗਾ ਉਹ ਕਵਰ ਹੋ ਸਕੇ। ਸੋ ਮੈਨੂੰ ਉਮੀਦ ਹੈ ਕਿ ਜੋ ਪੁਨਰ ਜਾਗਰਣ ਦਾ ਟੌਪਿਕ ਆ ਤੁਹਾਡਾ ਪੂਰਾ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ ਜੀ। ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।